Good morning, dear students. Today we are going to read and appreciate a beautiful poem written by Helen Ferris, and the title of the poem is Magic of Love. First of all, let us know about the poet. Helen Ferris. Helen Ferris was born in America. She was born in a city called Alabama. Not much is known about her in the literary world. Let us talk about the poem now, Magic of Love. As the title of the poem makes it very clear that the poem is about the power of love and what a person can achieve by attaining love in his or her life. The poem is not dedicated to anyone. It simply talks about the theme of love. The poet in the poem is trying to give divine status to love. The poem is written in a very simple language, and the genre of verse used for it is generally called greeting card verse. Verse, as we know, is a synonym of the word poem, and it is opposite of prose. Let's start the poem now. There is a wonderful gift that can give you a lift. It's a blessing from heaven above. It can comfort and bless. It can bring happiness. It's the wonderful magic of love. In this poem, we can see the opening line is about a wonderful gift that can give you lift. So which wonderful gift the poet is talking about in the poem? It is the magic of love. The magic of love, if we try to translate this term in Punjabi, it comes out to be ਪਿਆਰ ਦਾ ਜਾਦੂ। ਇਸ ਕਵਿਤਾ ਦੀ ਬਿਗਨਿੰਗ ਦੇ ਵਿੱਚ ਤੇ ਓਪਨਿੰਗ ਲਾਈਨਸ ਦੇ ਵਿੱਚ ਹੀ ਆਪਾਂ ਦੇਖਦੇ ਹਾਂ ਜਿਹੜੇ ਪੋਇਟ ਹੈ ਉਹ ਕਹਿੰਦੇ ਨੇ ਕਿ ਪਿਆਰ ਇੱਕ ਇਹੋ ਜਿਹਾ ਵੰਡਰਫੁਲ ਗਿਫਟ ਹੈ, ਇੱਕ ਇਹੋ ਜਿਹਾ ਅਨਮੋਲ ਤੋਹਫਾ ਹੈ ਜਿਹੜਾ ਕਿ ਸਾਨੂੰ ਜ਼ਿੰਦਗੀ ਦੇ ਵਿੱਚ ਉੱਪਰ ਲੈ ਕੇ ਜਾ ਸਕਦਾ ਹੈ। ਇਹ ਉਹ ਵਡਮੁੱਲੀ ਦਾਤ ਹੈ, ਬਲੈਸਿੰਗ ਹੈ ਜਿਹੜੀ परमात्मा वालों एक इंसान नूं दित्ती जाती है। कुछ ही प्रिविलेज्ड लोगों नूं यह ब्लैसिंग जिहड़ी है रब वालों दित्ती जाती है। एंड दोज पीपल हू आर ब्लैसड विद दिस गिफ्ट, जिन्हां नूं यह वडमुल्ली दात रब वालों दित्ती जाती है, उन्हां दे जीवन दे विच खुशी, खेड़ा, आराम ਅਤੇ ब्लैसिंग है। परमात्मा का अपना हथ है उस इंसान के उत्ते ਜਿਹਦੇ ਜੀਵਨ ਦੇ ਵਿੱਚ ਪਿਆਰ ਦੀ ਇਹ ਵਡਮੁੱਲੀ ਦਾਤ ਹੈ। ਸੋ ਇਟ ਇਜ਼ ਅ ਵੰਡਰਫੁਲ ਮੈਜਿਕ ਆਫ ਲਵ। ਇਹਨਾਂ ਦਿੱਤੀਆਂ ਹੋਈਆਂ ਸਤਰਾਂ ਜਿਹੜੀਆਂ ਆਪਾਂ ਪੜ੍ਹੀਆਂ ਨੇ ਹੁਣ ਪਹਿਲੇ ਸਟੈਂਜ਼ਾ ਦੇ ਵਿੱਚ ਆਪਾਂ ਦੇਖ ਸਕਦੇ ਹਾਂ, ਜਿਵੇਂ ਆਪਾਂ ਗੱਲ ਕੀਤੀ ਸੀ ਪਿਛਲੀ ਸਲਾਈਡ ਦੇ ਵਿੱਚ ਕਿ ਜਿਹੜੀ ਕਵਿਤਾ ਹੈ ਉਹਦੇ ਵਿੱਚ ਲਵ ਨੂੰ ਡਿਵਾਈਨ ਸਟੇਟਸ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ, ਇੱਕ ਰੂਹਾਨੀਅਤ ਮਾਹੌਲ ਸਿਰਜਣ ਦੀ ਕੋਸ਼ਿਸ਼ ਕੀਤੀ ਗਈ ਹੈ। ਸੋ ਸ਼ਬਦਾਂ ਦੀ ਚੋਣ ਤੋਂ ਆਪਾਂ ਅੰਦਾਜ਼ਾ ਲਗਾ ਸਕਦੇ ਹਾਂ ਕਿ ਜਿਹੜੀ ਕਵਿਤਾ ਹੈ ਉਸਨੂੰ ਇੱਕ ਡਿਵਾਈਨ ਸਟੇਟਸ ਦਿੱਤਾ ਜਾ ਰਿਹਾ ਹੈ, ਉਹਨੂੰ ਇਨਸਾਨੀਅਤ। ਇਸ ਕਵਿਤਾ ਦੇ ਵਿੱਚ ਬੱਚੇ ਜਿਹੜੀ ਕਵਿਤਰੀ ਹੈ ਉਹ ਸਿਰਫ ਇੱਕ ਆਦਮੀ ਅਤੇ ਔਰਤ ਦੇ ਸਰੀਰਕ ਲਵ ਦੀ ਗੱਲ ਨਹੀਂ ਕਰਦੀ, ਬਟ ਬਹੁਤ ਹੀ ਉੱਪਰਲੇ ਪੱਧਰ ਤੇ ਲੈ ਕੇ ਜਾ ਕੇ ਪਿਆਰ ਨੂੰ ਇੱਕ ਰੱਬ ਦਾ ਦਿੱਤਾ ਹੋਇਆ ਅਨਮੋਲ ਤੋਹਫਾ ਬਣਾ ਦਿੰਦੇ ਨੇ। ਉਹ ਕਹਿੰਦੇ ਨੇ ਕਿ ਇਨਸਾਨ ਦੇ ਜੀਵਨ ਦੇ ਵਿੱਚ ਖੁਸ਼ੀ ਅਤੇ ਖੇੜਾ ਉਦੋਂ ਹੀ ਹੈ, ਕੰਫਰਟ ਅਤੇ ਬਲੈਸਿੰਗ ਉਦੋਂ ਹੀ ਹੈ ਜਦੋਂ ਇਹ ਵਡਮੁੱਲੀ ਦਾਤ, ਇਹ ਅਨਮੋਲ ਤੋਹਫਾ ਰੱਬ ਦਾ ਦਿੱਤਾ ਹੋਇਆ ਇਨਸਾਨ ਕੋਲ ਆ ਜਾਂਦਾ ਹੈ। ਲਾਈਕ ਅ ਸਟਾਰ ਇਨ ਦ ਨਾਈਟ it can keep your faith bright. Like the sun, it can warm your hearts too.
It is a gift you can give every day that you love, and when given, it comes back to you. ਕਿੰਨੀ ਖੂਬਸੂਰਤੀ ਨਾਲ ਪਿਆਰ ਦੀ ਤੁਲਨਾ ਉਹ ਰਾਤ ਦੇ ਤਾਰਿਆਂ ਨਾਲ ਕਰਦੇ ਨੇ, ਖਾਸ ਕਰਕੇ ਉਹ ਤਾਰੇ ਨਾਲ ਜਿਹੜਾ ਸਾਨੂੰ ਰਸਤਾ ਦਿਖਾਉਂਦਾ ਹੈ। ਪੁਰਾਣੇ ਸਮੇਂ ਦੇ ਵਿੱਚ ਜੇ ਤੁਹਾਨੂੰ ਪਤਾ ਹੋਵੇ ਤਾਂ ਲੋਕ ਜਦੋਂ ਰਸਤੇ ਦੇਖਿਆ ਕਰਦੇ ਸੀ ਤਾਂ ਉਹ ਤਾਰਿਆਂ ਨੂੰ ਫੋਲੋ ਕਰਕੇ ਰਸਤਿਆਂ ਨੂੰ ਨਾਪਿਆ ਕਰਦੇ ਸੀ, ਅੱਗੇ ਵਧਿਆ ਕਰਦੇ ਸੀਗੇ। ਜਦੋਂ ਕੰਪਾਸ ਵਰਗੀਆਂ ਜਾਂ ਡਾਇਰੈਕਸ਼ਨਸ ਵਰਗੀਆਂ ਚੀਜ਼ਾਂ ਦੀ ਬਹੁਤ ਜ਼ਿਆਦਾ ਸਾਡੇ ਕੋਲ ਸਾਇੰਟੀਫਿਕ ਇਨਵੈਂਸ਼ਨ ਨਹੀਂ ਸੀਗੀ। ਲਾਈਕ ਦ ਸਨ ਇਟ ਕੈਨ ਵਾਰਮ ਯੋਰ ਹਾਰਟਸ ਟੂ। ਉਹਦੀ ਤੁਲਨਾ ਇਕੱਲੇ ਤਾਰਿਆਂ ਨਾਲ ਹੀ ਨਹੀਂ ਕਰਦੇ ਬਲਕਿ ਸੂਰਜ ਨਾਲ ਵੀ ਕਰਦੇ ਨੇ। ਸੂਰਜ ਆਪਾਂ ਨੂੰ ਪਤਾ ਸੋਰਸ ਆਫ ਐਨਰਜੀ ਹੈ, ਸੋਰਸ ਆਫ ਲਾਈਟ ਹੈ। ਜੇ ਸੂਰਜ ਨਾ ਹੋਵੇ ਤਾਂ ਆਪਣੇ ਜੀਵਨ ਦੇ ਵਿੱਚ ਤਾਂ ਸ਼ਾਇਦ ਜੀਵਨ ਹੀ ਨਾ ਹੋਵੇ। ਜੀਵਨ ਦੇ ਵਿੱਚ ਹੋਣ ਵਾਲੀਆਂ ਨਵੀਆਂ ਉਤਪੰਨ ਹੋਣ ਵਾਲੇ ਨਵੇਂ ਪੌਦੇ, ਨਵੇਂ ਫੁੱਲ, ਨਵਾਂ ਜੀਵਨ ਜਿਹੜਾ ਹੈ ਉਹ ਹੀ ਨਾ ਹੋਵੇ। ਸੋ ਉਹ ਕਹਿੰਦੇ ਨੇ ਕਿ ਸੂਰਜ ਦੇ ਵਾਂਗ ਜਿਹੜਾ ਪਿਆਰ ਹੈ ਸਾਡੇ ਦਿਲਾਂ ਦੇ ਵਿੱਚ ਇੱਕ ਵਾਰਮਥ ਲੈ ਕੇ ਆਉਂਦਾ ਹੈ, ਇੱਕ ਨਵੀਂ ਜੋਤ ਜਗਾਉਂਦਾ ਹੈ। ਸੋ ਇਟ ਇਜ਼ ਅ ਗਿਫਟ ਯੂ ਕੈਨ ਗਿਵ ਐਵਰੀ ਡੇ ਦੈਟ ਯੂ ਲਵ। ਜਿਹਨੂੰ ਤੁਸੀਂ ਪਿਆਰ ਕਰਦੇ ਹੋ, ਇਹ ਅਨਮੋਲ ਤੋਹਫਾ ਉਹ ਤੁਸੀਂ ਉਸ ਇਨਸਾਨ ਦੀ ਝੋਲੀ ਦੇ ਵਿੱਚ ਪਾ ਸਕਦੇ ਹੋ। ਤੇ ਜਦੋਂ ਤੁਸੀਂ ਕਿਸੇ ਦੀ ਝੋਲੀ ਦੇ ਵਿੱਚ ਇਹ ਤੋਹਫਾ ਪਾਉਂਦੇ ਹੋ ਤਾਂ ਮੁੜ ਕੇ ਇਹੀ ਤੋਹਫਾ ਤੁਹਾਡੇ ਆਪਣੇ ਕੋਲ ਵਾਪਸ ਆਉਂਦਾ ਹੈ। ਲਾਈਫ ਜਿਵੇਂ ਆਪਾਂ ਕਹਿੰਦੇ ਗਿਵ ਐਂਡ ਟੇਕ ਹੈ, ਜੋ ਤੁਸੀਂ ਦੋਗੇ ਉਹੀ ਤੁਸੀਂ ਰਿਸੀਵ ਕਰੋਗੇ। ਤਾਂ ਇੱਥੇ ਇਸੀ ਗਿਵ ਐਂਡ ਟੇਕ ਦੀ ਗੱਲ ਕਰਦੇ ਨੇ ਕਿ ਜੇ ਤੁਸੀਂ ਪਿਆਰ ਦੋਗੇ ਕਿਸੇ ਨੂੰ ਜੀਵਨ ਦੇ ਵਿੱਚ, ਚੰਗਿਆਈ ਦੋਗੇ, ਮਿੱਠੇ ਬੋਲ ਦੋਗੇ ਤਾਂ ਉਹੀ ਤੁਸੀਂ ਵਾਪਸ ਲੋਕਾਂ ਦੇ ਵਿੱਚੋਂ ਆਪਣੇ ਲਈ ਰਿਸੀਵ ਕਰੋਗੇ ਆਪਣੇ ਜੀਵਨ ਦੇ ਵਿੱਚ। When love lights the way, there is joy in the day, and all troubles are lighter to bear. Love is gentle and kind, and through love you will find there's an answer to your every prayer. ਕਿੰਨੀ ਖੂਬਸੂਰਤੀ ਨਾਲ ਜਿਹੜੇ ਹੈਲਨ ਫੈਰਿਸ ਨੇ ਉਹ ਸਾਨੂੰ ਦੱਸਦੇ ਨੇ ਕਿ ਪਿਆਰ ਸਾਡੇ ਜੀਵਨ ਨੂੰ ਰੋਸ਼ਨਾ ਦਿੰਦਾ ਹੈ। ਉਹ ਰੋਸ਼ਨੀ ਹੈ ਜਿਹੜੀ ਆਉਣ ਵਾਲੇ ਸਾਡੇ ਸਾਰੇ ਰਸਤਿਆਂ ਦੇ ਵਿੱਚ ਸਾਨੂੰ ਰੋਸ਼ਨੀ ਦਿਖਾਉਂਦੀ ਹੈ। ਪਿਆਰ ਉਹ ਜੋਤ ਹੈ, ਉਹ ਦੀਪ ਹੈ। ਜਦੋਂ ਪਿਆਰ ਹੈ ਸਾਡੇ ਜੀਵਨ ਦੇ ਵਿੱਚ ਤਾਂ ਸਾਡੇ ਪੂਰੇ ਦਿਨ ਖੁਸ਼ੀ ਨਾਲ ਬੀਤਦੇ ਨੇ ਤੇ ਸਾਰੀਆਂ ਜਿਹੜੀਆਂ ਸਾਡੀਆਂ ਟਰਬਲਸ ਨੇ ਉਹਨਾਂ ਨੂੰ ਅਸੀਂ ਬੜੇ ਆਰਾਮ ਨਾਲ, ਬੜੀ ਹੀ ਸੰਜੀਦਗੀ ਦੇ ਨਾਲ ਉਹਨਾਂ ਟਰਬਲਸ ਦੇ ਵਿੱਚੋਂ ਅਸੀਂ ਬਾਹਰ ਨਿਕਲ ਜਾਂਦੇ ਹਾਂ। ਦੇਖੋ ਬੇਟੇ, ਜੀਵਨ ਜਿਹੜਾ ਹੈ ਉਹਦੇ ਵਿੱਚ ਸਾਰਿਆਂ ਲਈ ਔਖਿਆਈਆਂ ਨੇ, ਹਨਾ, ਸਾਰਿਆਂ ਲਈ ਦੁੱਖ ਨੇ, ਸੁੱਖ ਵੀ ਨੇ ਦੁੱਖ ਵੀ ਨੇ, ਹਨੇਰਾ ਵੀ ਹੈ ਰੋਸ਼ਨੀ ਵੀ ਹੈ। ਪਰ ਜਦੋਂ ਹੈਲਨ ਕਹਿੰਦੇ ਨੇ ਕਿ ਜਦੋਂ ਸਾਡੇ ਜੀਵਨ ਦੇ ਵਿੱਚ ਪਿਆਰ ਹੈ ਤਾਂ ਅਸੀਂ ਬਹੁਤ ਹੀ ਆਸਾਨੀ ਨਾਲ ਉਹ ਔਖੇ ਸਮਿਆਂ ਦੇ ਵਿੱਚੋਂ ਬਾਹਰ ਨਿਕਲ ਜਾਂਦੇ ਹਾਂ। ਲਵ ਇਜ਼ ਜੈਂਟਲ ਐਂਡ ਕਾਈਂਡ। ਲਵ ਇੱਕ ਬਹੁਤ ਹੀ ਪਿਆਰਾ ਅਹਿਸਾਸ ਹੈ ਅਤੇ ਕਾਈਂਡ ਹੈ। ਲਵ ਸਾਨੂੰ ਲੋਕਾਂ ਦੇ ਪ੍ਰਤੀ ਦਿਆਲੂ ਹੋਣਾ ਸਿਖਾਉਂਦਾ ਹੈ, ਸਾਨੂੰ ਹਾਰਸ਼ ਹੋਣਾ ਨਹੀਂ ਸਿਖਾਉਂਦਾ। ਐਂਡ ਥਰੂ ਲਵ ਯੂ ਵਿਲ ਫਾਈਂਡ ਐਨ ਆਨਸਰ ਟੂ ਯੋਰ ਐਵਰੀ ਪ੍ਰੇਅਰ। ਫਿਰ ਆਪਾਂ ਉਹੀ ਗੱਲ ਕਰਦੇ ਹਾਂ ਕਿ ਡਿਵਾਈਨ ਸਟੇਟਸ ਦਿੰਦੇ ਨੇ ਕਵਿਤਾ ਨੂੰ, ਲਵ ਨੂੰ। ਕਿਸ ਤਰ੍ਹਾਂ? ਉਹ ਕਹਿੰਦੇ ਜੇ ਆਪਣੇ ਜੀਵਨ ਦੇ ਵਿੱਚ ਪਿਆਰ ਹੈ ਤਾਂ ਆਪਣੀ ਹਰੇਕ ਪ੍ਰੇਅਰ ਦਾ ਸਾਨੂੰ ਜਵਾਬ ਮਿਲਦਾ ਹੈ। ਸੋ ਇਟਸ ਆਲ ਅਬਾਊਟ ਯੂ। ਜੋ ਤੁਸੀਂ ਮਹਿਸੂਸ ਕਰੋਗੇ, ਜਿਹੋ ਜਿਹਾ ਔਰਾ ਆਪਣੇ ਆਲੇ ਦੁਆਲੇ ਤੁਸੀਂ ਕ੍ਰੀਏਟ ਕਰੋਗੇ, ਉਵੇਂ ਦੀ ਹੀ ਜਿਹੜੀ ਵਾਈਬ੍ਰੇਸ਼ਨਸ ਹੈ ਉਹ ਯੂਨੀਵਰਸ ਤੋਂ ਤੁਸੀਂ ਰਿਸੀਵ ਕਰੋਗੇ। ਸੋ ਇਸ ਤਰ੍ਹਾਂ ਇਹ ਇੱਕ ਡਿਵਾਈਨ ਸਟੇਟਸ ਦਿੰਦੇ ਨੇ ਪਿਆਰ ਨੂੰ। ਅਖੀਰਲੇ ਸਟੈਂਜ਼ੇ ਤੇ ਆਪਾਂ ਆਉਂਦੇ ਹਾਂ। ਉਹ ਕਹਿੰਦੇ ਨੇ may it never depart from your two loving hearts, may you treasure this gift from above, you'll find if you do all your dreams will come true in the wonderful magic of love. ਅਖੀਰਲੇ ਸਟੈਂਜ਼ੇ ਦੇ ਵਿੱਚ ਜਿਹੜੇ ਕਵਿਤਰੀ ਹੈ ਹੈਲਨ ਫੈਰਿਸ, ਉਹ ਰੱਬ ਕੋਲੋਂ ਅਰਦਾਸ ਕਰਦੇ ਨੇ, ਸਾਡੇ ਲਈ ਵਿਸ਼ ਮੰਗਦੇ ਨੇ, ਰੀਡਰਸ ਲਈ ਵਿਸ਼ ਮੰਗ ਰਹੇ ਨੇ ਕਿ ਪਰਮਾਤਮਾ ਕਰੇ ਪਿਆਰ ਕਰਨ ਵਾਲੇ ਹਾਰਟਸ ਦੇ ਵਿੱਚੋਂ, ਦਿਲਾਂ ਦੇ ਵਿੱਚੋਂ, ਸਾਡੇ ਦਿਲਾਂ ਦੇ ਵਿੱਚੋਂ ਕਦੇ ਵੀ ਇਹ ਬਿਊਟੀਫੁਲ ਜਿਹੜੀ ਫੀਲਿੰਗ ਹੈ, ਇਹ ਵਰਚੂ ਹੈ ਸਾਡੇ ਲਾਈਫ ਦੇ ਵਿੱਚੋਂ ਕਦੇ ਵੀ ਖਤਮ ਨਾ ਹੋਵੇ। ਮੇ ਯੂ ਟ੍ਰੈਜਰ ਦਿਸ ਗਿਫਟ ਫਰਮ ਅਬਵ। ਫਿਰ ਉਹ ਪਰਮਾਤਮਾ ਦੀ ਗੱਲ ਕਰਦੇ ਨੇ, ਕਹਿੰਦੇ ਨੇ ਇਹ ਟ੍ਰੈਜਰ, ਇਹ ਉਹ ਖਜ਼ਾਨਾ ਹੈ ਤੇ ਰੱਬ ਕਰੇ ਇਹ ਖਜ਼ਾਨਾ ਤੁਹਾਡੀ ਜ਼ਿੰਦਗੀ ਦੇ ਵਿੱਚ, ਤੁਹਾਡੇ ਜੀਵਨ ਦੇ ਵਿੱਚ ਪਰਮਾਤਮਾ ਵੱਲੋਂ ਦਿੱਤਾ ਜਾਵੇ।
ਉਹ ਕਹਿੰਦੇ ਪਿਆਰ ਤੁਹਾਡੇ ਜੀਵਨ ਵਿੱਚ ਉਦੋਂ ਹੀ ਆਏਗਾ ਜਦੋਂ ਪਰਮਾਤਮਾ ਇਹ ਗਿਫਟ ਤੁਹਾਡੀ ਝੋਲੀ ਦੇ ਵਿੱਚ ਪਾਏਗਾ। ਵਾਰ-ਵਾਰ ਉਹ ਇਹ ਗੱਲ ਨੂੰ ਦੁਹਰਾ ਰਹੇ ਨੇ। ਯੂ ਵਿਲ ਫਾਈਂਡ ਇਫ ਯੂ ਡੂ, ਕਹਿੰਦੇ ਜੇ ਜੀਵਨ ਦੇ ਵਿੱਚ ਪਿਆਰ ਆ ਜਾਂਦਾ ਹੈ ਤੁਹਾਡੇ, ਜੇ ਤੁਹਾਨੂੰ ਪਿਆਰ ਲੱਭ ਜਾਂਦਾ ਹੈ ਆਪਣੇ ਜੀਵਨ ਦੇ ਵਿੱਚ, ਤਾਂ ਤੁਹਾਡੇ ਸਾਰੇ ਡ੍ਰੀਮਸ ਜਿਹੜੇ ਨੇ ਉਹ ਫੁਲਫਿਲ ਹੋ ਜਾਂਦੇ ਨੇ, ਪੂਰੇ ਹੋ ਜਾਂਦੇ ਨੇ। ਇਨ ਦ ਵੰਡਰਫੁਲ ਮੈਜਿਕ ਆਫ ਲਵ, ਇਸ ਖੂਬਸੂਰਤ ਮੈਜਿਕ ਆਫ ਲਵ ਦੇ ਵਿੱਚ, ਜਾਦੂ, ਪਿਆਰ ਦੇ ਜਾਦੂ ਦੇ ਵਿੱਚ ਤੁਸੀਂ ਸਾਰੇ ਆਪਣੇ ਡ੍ਰੀਮਸ ਨੂੰ ਪੂਰਾ ਕਰ ਸਕਦੇ ਹੋ। ਸੋ ਦੈਟ ਵਾਜ਼ ਦ ਸਿੰਪਲ ਐਂਡ ਬਿਊਟੀਫੁਲ ਪੋਇਮ ਰਿਟਨ ਬਾय ਹੈਲਨ ਫੈਰਿਸ। ਹੁਣ ਆਪਾਂ ਥੋੜਾ ਜਿਹਾ ਪੋਇਮ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ। ਪੋਇਮ ਦਾ ਸਟਰਕਚਰ ਕੀ ਹੈ ਆਪਾਂ ਦੇਖ ਸਕਦੇ ਹਾਂ। ਪੋਇਮ ਦੇ ਵਿੱਚ 4 ਸਟੈਂਜ਼ਾ ਨੇ ਤੇ ਹਰੇਕ ਸਟੈਂਜ਼ਾ ਦੇ ਵਿੱਚ 4 ਲਾਈਨਸ ਨੇ ਤੇ 4 ਲਾਈਨਸ ਦੇ ਇੱਕ ਸਟੈਂਜ਼ਾ ਨੂੰ ਅਸੀਂ ਕੁਆਟਰੇਨ ਕਹਿੰਦੇ ਆ। ਅੱਗੇ ਮੈਂ ਐਗਜ਼ਾਮਪਲ ਦਿੱਤੀ ਹੋਈ ਹੈ, ਇੱਕ ਸਟੈਂਜ਼ਾ ਦਿੱਤਾ ਹੋਇਆ ਤੁਹਾਡੇ ਅੱਗੇ, ਸੋ ਤੁਸੀਂ ਇਹਨੂੰ ਰੀਡ ਕਰ ਸਕਦੇ ਹੋ। ਆਪਾਂ ਹੁਣੀ ਪੜ੍ਹ ਕੇ ਹਟੇ ਹਾਂ। ਨੈਕਸਟ ਵੀ ਟਾਕ ਅਬਾਊਟ ਦ ਟੋਨ ਆਫ ਦ ਪੋਇਮ। ਪੋਇਮ ਦੀ ਟੋਨ ਕਿਸ ਤਰ੍ਹਾਂ ਦੀ ਹੈ? ਨੰਬਰ 1, ਫੁੱਲ ਆਫ ਡਿਲਾਈਟ ਐਂਡ ਜੋਏ ਐਂਡ ਹੈਪੀਨੈਸ। ਆਪਾਂ ਨੂੰ ਕਿਵੇਂ ਪਤਾ ਲੱਗਦਾ ਹੈ? ਆਪਾਂ ਨੂੰ ਜਦੋਂ ਪੋਇਮ ਦੇ ਵਿੱਚ, ਕਵਿਤਾ ਦੇ ਵਿੱਚ ਹੈਲਨ ਗੱਲ ਕਰਦੇ ਨੇ ਪਿਆਰ ਦੀ ਐਜ਼ ਅ ਗਿਫਟ, love as gentle and kind, love as guide that guides our way। ਸੋ ਆਪਾਂ ਨੂੰ ਪਤਾ ਲੱਗਦਾ ਹੈ ਤੇ ਜਦੋਂ ਉਹ ਗੱਲ ਕਰਦੇ ਨੇ love can bring happiness, so we can easily make out that the poem tries to exude excitement and happiness and radiate delight throughout the poem। ਇਸ ਤੋਂ ਇਲਾਵਾ ਹੋਪ ਅਤੇ ਆਪਟਿਮਿਜ਼ਮ ਦੀ ਗੱਲ ਕਰਦੇ ਨੇ, ਪੋਜ਼ਿਟਿਵਿਟੀ ਦੀ ਗੱਲ ਕਰਦੇ ਨੇ, ਇੱਕ ਆਪਟਿਮਿਜ਼ਮ ਦੀ, ਰੇ ਆਫ ਹੋਪ ਦੀ ਗੱਲ ਕਰਦੇ ਨੇ। ਆਪਾਂ ਨੂੰ ਕਿਵੇਂ ਪਤਾ ਲੱਗਦਾ ਹੈ? ਸਿਲੈਕਸ਼ਨ ਆਫ ਵਰਡਸ ਦੇਖੋ। ਲਵ ਦੀ ਉਹ ਗੱਲ ਕਰਦੇ ਨੇ ਵਿਚ ਕੈਨ ਗਿਵ ਅਸ ਲਿਫਟ ਇਨ ਆਵਰ ਲਾਈਵਸ, ਆਪਣੇ ਜੀਵਨ ਨੂੰ ਉੱਚਾ ਚੱਕ ਸਕਦਾ ਹੈ। ਪਿਆਰ ਇੱਕ ਇਹੋ ਜਿਹਾ ਤੋਹਫਾ ਹੈ, ਇੱਕ ਟ੍ਰੈਜਰ ਹੈ, ਖਜ਼ਾਨਾ ਹੈ, ਬਲੈਸਿੰਗ ਹੈ। ਸੋ ਇਸ ਤਰ੍ਹਾਂ ਦੇ ਐਕਸਪ੍ਰੈਸ਼ਨਸ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਪਿਆਰ ਦੇ ਬਾਰੇ ਉਹ ਕਿੰਨੀ ਆਪਟਿਮਿਸਟਿਕ ਹੋ ਕੇ ਗੱਲ ਕਰ ਰਹੇ ਨੇ। ਰਾਈਮ, ਕਵਿਤਾ ਦੇ ਵਿੱਚ ਆਪਾਂ ਦੇਖਦੇ ਹਾਂ ਰਾਈਮ ਸਕੀਮ ਯੂਜ਼ ਕੀਤੀ ਗਈ ਹੈ। ਬਿਊਟੀਫੁਲ ਰਾਈਮ ਹੈ। ਰਾਈਮ ਕੀ ਹੁੰਦੀ ਹੈ? ਅਖੀਰਲੇ ਸ਼ਬਦਾਂ ਦੇ ਵਿੱਚ ਰੈਪੀਟੀਸ਼ਨ ਹੋਣਾ, ਫਾਈਨਲ ਸਾਊਂਡਸ ਦੇ ਵਿੱਚ ਤੁਕਬੰਦੀ ਬਣਨਾ। ਜਿਵੇਂ ਕਿ ਜੇ ਆਪਾਂ ਪਹਿਲੇ ਸਟੈਂਜ਼ਾ ਦੀ ਗੱਲ ਕਰਦੇ ਹਾਂ ਤਾਂ ਆਪਾਂ ਦੇਖਦੇ ਹਾਂ ਪਹਿਲੀ ਲਾਈਨ ਦੇ ਵਿੱਚ ਇੰਟਰਨਲ ਰਾਈਮ ਹੈ। ਉਹ ਕਹਿੰਦੇ ਨੇ ਦੇयर ਇਜ਼ ਅ ਵੰਡਰਫੁਲ ਗਿਫਟ that can give you a lift। ਰਾਈਮ ਹੋ ਗਈ ਨਾ, ਦੋ ਸਾਊਂਡਸ ਆਪਸ ਦੇ ਵਿੱਚ ਤੁਕਬੰਦੀ ਕਰ ਰਹੀਆਂ ਨੇ। ਇਸ ਤੋਂ ਇਲਾਵਾ ਜੇ ਆਪਾਂ ਪੂਰੇ ਸਟੈਂਜ਼ਾ ਦੇ ਵਿੱਚ ਗੱਲ ਕਰੀਏ ਤਾਂ ਆਪਾਂ ਦੇਖਦੇ ਹਾਂ ਲਾਈਨ ਨੰਬਰ 2 ਐਂਡ ਲਾਈਨ ਨੰਬਰ 4 ਆਪਸ ਦੇ ਵਿੱਚ ਰਾਈਮ ਸਕੀਮ ਹੈ ਉਹਨਾਂ ਦੀ। ਉਹ ਕਹਿੰਦੇ ਨੇ ਇਟਸ ਅ ਬਲੈਸਿੰਗ ਫਰੋਮ ਹੈਵਨ ਅਬਵ, ਇਟਸ ਦ ਵੰਡਰਫੁਲ ਮੈਜਿਕ ਆਫ ਲਵ, ਅਬਵ ਐਂਡ ਲਵ। ਰਾਈਮ ਸਕੀਮ ਹੈ, ਤੁਕਬੰਦੀ ਜੁੜ ਰਹੀ ਹੈ ਆਪਸ ਦੇ ਵਿੱਚ। ਸੋ ਜਿਹੜੀਆਂ ਰਾਈਮਸ ਨੇ, ਜਦੋਂ ਰਾਈਮ ਸਕੀਮ ਯੂਜ਼ ਕੀਤੀ ਜਾਂਦੀ, ਜਿਵੇਂ ਪਹਿਲੇ ਸਟੈਂਜ਼ਾ ਦੇ ਵਿੱਚ ਆਪਾਂ ਦੇਖਦੇ ਹਾਂ ਰਾਈਮ ਹੈ A, B, C ਐਂਡ B। ਸੋ ਜਿਹੜੀ ਰਾਈਮ ਹੈ ਇਹ ਇੱਕ ਪੋਇਮ ਨੂੰ ਮਿਊਜ਼ੀਕਲ ਬਣਾਉਂਦੀ ਹੈ। ਰਾਈਮ ਹੈਲਪਸ ਮੇਕ ਅ ਪੋਇਮ ਮਿਊਜ਼ੀਕਲ, ਮਿਊਜ਼ੀਕਲ ਟੱਚ ਦਿੰਦੀ ਹੈ ਕਵਿਤਾ ਨੂੰ। ਆਪਾਂ ਜੇ ਉਹਨੂੰ ਗਾਣਾ ਚਾਹੀਏ ਤਾਂ ਆਪਾਂ ਗਾ ਸਕਦੇ ਹਾਂ। ਇਟ ਏਡਸ ਦ ਮੈਮਰੀ ਫॉर ਰੈਸੀਟੇਸ਼ਨ, ਜੇ ਆਪਾਂ ਕਵਿਤਾ ਨੂੰ ਰਿਸਾਈਟ ਕਰਨਾ ਚਾਹੁੰਦੇ ਹਾਂ ਤਾਂ ਆਪਾਂ ਨੂੰ ਯਾਦ ਕਰਨੀ ਬਹੁਤ ਆਸਾਨ ਹੋ ਜਾਂਦੀ ਜੇ ਕਵਿਤਾ ਦੇ ਵਿੱਚ ਰਾਈਮ ਸਕੀਮ ਹੈ, ਰਾਈਮ ਹੈ ਤਾਂ। ਇਟ ਗਿਵਸ ਅਸ ਪਲੈਜ਼ਰ, ਆਪਾਂ ਦੇਖਦੇ ਹਾਂ ਕਿ ਜਦੋਂ ਆਪਾਂ ਸੁਣਦੇ ਹਾਂ ਕਵਿਤਾ ਨੂੰ, ਜੇ ਉਹਦੇ ਵਿੱਚ ਰਾਈਮ ਸਕੀਮ ਹੈ ਤਾਂ ਆਪਣੇ ਕੰਨਾਂ ਨੂੰ ਸੁਣਨ ਦੇ ਵਿੱਚ ਬਹੁਤ ਹੀ ਵਧੀਆ ਤੇ ਸੁਖੇਵੀਂ ਲੱਗਦੀ ਹੈ। ਨਾਓ ਲੈਟਸ ਟਾਕ ਅਬਾਊਟ ਪੋਇਟਿਕ ਡਿਵਾਈਸਿਸ। ਵੈਸੇ ਇਸ ਦੇ ਵਿੱਚ ਕਾਫੀ ਪੋਇਟਿਕ ਡਿਵਾਈਸਿਸ ਯੂਜ਼ ਹੋਏ ਨੇ, ਜਿਵੇਂ ਪਰਸੋਨੀਫਿਕੇਸ਼ਨ ਹੈ, ਇਮੇਜਰੀ ਹੈ, ਪਰ ਆਪਾਂ ਇੱਥੇ ਇੱਕੋ ਹੀ ਪੋਇਟਿਕ ਡਿਵਾਈਸ ਦੀ ਗੱਲ ਕਰਾਂਗੇ, ਸਿਮਿਲੀ। ਸਿਮਿਲੀ ਮਤਲਬ ਜਦੋਂ ਕਵਿਤਾ ਦੇ ਵਿੱਚ ਕਵੀ ਹੈਲਨ ਫੈਰਿਸ ਐਗਜ਼ਾਮਪਲ ਦੇਣ ਦੀ ਕੋਸ਼ਿਸ਼ ਕਰਦੇ ਨੇ, ਤੁਲਨਾ ਕਰਨ ਦੀ ਕੋਸ਼ਿਸ਼ ਕਰਦੇ ਨੇ ਪਿਆਰ ਦੀ ਵਿਦ ਸਟਾਰ, ਵਿਦ ਸਨ, ਉਦੋਂ ਉਹ ਐਕਸਪ੍ਰੈਸ਼ਨ ਯੂਜ਼ ਕਰ ਰਹੇ ਨੇ ਲਾਈਕ। ਤੇ ਸਿਮਿਲੀ ਕੰਪੈਰੀਜ਼ਨ ਵਾਸਤੇ ਯੂਜ਼ ਕੀਤੀ ਜਾਂਦੀ ਹੈ, ਆਪਣੇ ਆਈਡੀਆ ਨੂੰ ਹੋਰ ਐਂਪਲੀਫਾਈ ਕਰਨ ਲਈ, ਐਂਫਸਾਈਜ਼ ਕਰਨ ਲਈ ਯੂਜ਼ ਕੀਤੀ ਜਾਂਦੀ ਹੈ ਵਿਦ ਦ ਐਕਸਪ੍ਰੈਸ਼ਨ ਲਾਈਕ ਔਰ ਐਜ਼। ਇੱਥੇ ਆਪਾਂ ਦੇਖਦੇ ਹਾਂ ਕਿ ਉਹ ਵਾਰ-ਵਾਰ ਲਾਈਕ ਨੂੰ ਯੂਜ਼ ਕਰਦੇ ਨੇ, ਲਾਈਕ ਅ ਸਟਾਰ, ਲਾਈਕ ਦ ਸਨ। ਸੋ ਸਿਮਿਲੀ ਦਾ ਇਸਤੇਮਾਲ ਕੀਤਾ ਗਿਆ ਆਪਣੇ ਆਈਡੀਆਜ਼ ਨੂੰ ਬਹੁਤ ਹੀ ਖੂਬਸੂਰਤੀ ਨਾਲ ਰੀਡਰਸ ਤੱਕ ਪਹੁੰਚਾਉਣ ਲਈ। Thank you so much. That was all about the poem Magic of Love.
Hope you will enjoy and appreciate the poem. Thank you.